ਇਹਨੂੰ ਐਡੀ ਕੀ ਜ਼ਰੂਰਤ ਹੋ ਗਈ? ਕੀ ਇਹਨੂੰ ਇੰਨਾ ਲਾਜ਼ਮੀ ਸਰਕਾਰਾਂ ਨੂੰ ਕੀ ਲਾਜ਼ਮੀ ਹੋ ਗਿਆ ਕਿ ਇਹਨੂੰ ਆਪਾਂ 21 ਦਿਨਾਂ ਦੀ ਪੈਰੋਲ ਦਿੱਤੀ ਗਈ ਬਿਨਾਂ ਕੋਈ ਮਕਸਦ ਤੋਂ ਕਿ ਇਹ ਬੰਦੇ ਨੂੰ ਪੈਰੋਲ ਨਾ ਦਿੱਤੀ ਜਾਵੇ। ਦੂਜੇ ਪਾਸੇ ਜਦੋਂ ਸਾਡੇ ਸਿੰਘ ਨੇ ਉਹ 3 ਉਮਰ ਕੈਦਾਂ ਹੰਢਾ ਕੇ ਬੈਠੇ ਆ ਕਿ ਅਸੀਂ ਭੀਖ ਮੰਗ ਕੇ ਇਹਨਾਂ ਸਰਕਾਰਾਂ ਕਿੰਨੀ ਦੇਰ ਅਸੀਂ ਭੀਖ ਮੰਗਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਰਖਾਬ ਟੀਵੀ ਤੇ ਮੈਂ ਹਾਂ ਪਰਮਜੀਤ ਸਖਾਣਾ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਅਸੀਂ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਹਾਂ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਅੱਜ ਡੀਸੀ ਦਫ਼ਤਰ ਦੇ ਬਾਹਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਇਕੱਠਾ ਹੋਏ ਆ। ਸਾਡੇ ਨਾਲ ਆਗੂ ਮੌਜੂਦ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਨਾਂ ਜੀ ਤੁਹਾਡਾ? ਭਾਈ ਜਸਪਾਲ ਸਿੰਘ, ਕੌਮੀ ਸੀਨੀਅਰ ਰਮੀਤ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ। ਇਕੱਠਾ ਹੋਏ ਹੋ, ਕੀ ਕਾਰਨ ਇਕੱਠਾ ਹੁੰਦਾ? ਅੱਜ ਜੋ ਪਿਛਲੇ ਦਿਨੀ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ, ਜੋ ਕਿ ਪਿਛਲੇ 4 ਸਾਲਾਂ ਤੋਂ ਸੁਨਾਰਿਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ, ਜਿਹਦੇ ਤੇ ਬਲਾਤਕਾਰ ਤੇ ਦੋਸ਼, ਕਤਲਾਂ ਦੇ ਦੋਸ਼ ਤੇ ਹੋਰ ਕਈ ਤਰ੍ਹਾਂ ਸੰਗੀਨ ਦੋਸ਼ ਲੱਗੇ ਹੋਏ ਸੀ, ਜਿਹਦੇ ਵਿੱਚ ਇਹਨੇ ਤਕਰੀਬਨ 400 ਨੌਜਵਾਨਾਂ ਨੂੰ ਨਪੁੰਸਕ ਬਣਾ ਦਿੱਤਾ ਸੀਗਾ। ਉਹ ਸਾਰਿਆਂ ਵਿੱਚ ਸਜ਼ਾ ਭੁਗਤ ਰਿਹਾ ਸੀਗਾ ਤੇ ਉਸ ਨੂੰ ਮਤਲਬ ਕਿ 21 ਦਿਨ ਦੀ ਪੈਰੋਲ ਦਿੱਤੀ ਗਈ, ਜਿੰਨਾ ਕਾ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਇਹ ਪੈਰੋਲ ਦਿੱਤੀ ਗਈ, ਜੋ ਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਅਸੀਂ ਡੀਸੀ ਦਫ਼ਤਰ ਵਿਖੇ ਉਸ ਦਾ ਕਾਨੂੰਨ ਦਾ ਪੁਤਲਾ ਛੱਡਣ ਵਾਸਤੇ ਆਏ ਹਾਂ, ਜੋ ਕਿ ਸਿੱਖਾਂ ਵਾਸਤੇ ਕਾਨੂੰਨ ਹੋ ਰਹੇ ਤੇ ਬਾਕੀ ਕੌਮਾਂ ਵਾਸਤੇ ਕਾਨੂੰਨ ਹੋ ਰਹੇ। ਇਸ ਲਈ ਅਸੀਂ ਰੋਸ ਵਜੋਂ ਅੱਜ ਰੋਸ ਦਾ ਭਾਂਪੜਾ ਜੋ ਜਥੇਬੰਦੀਆਂ ਵੇਖਿਆ ਜਾ ਰਿਹਾ ਹੈ, ਇਹ ਰੋਸ ਦਾ ਭਾਂਪੜਾ ਮਚ ਚੁੱਕਾ ਹੈ, ਉਹਦਾ ਅਸੀਂ ਵਿਰੋਧ ਕਰ ਰਹੇ ਹਾਂ। ਪੈਰੋਲ ਦਾ ਮੰਗ ਕੀ ਆ ਤੁਹਾਡੀ? ਮੰਗ ਇਹ ਹੈ ਸਾਡੀ ਇਹ ਜੀ, ਜੇ ਜੋ ਜਿਹੜੀ ਉਹਦੀ ਪੈਰੋਲ ਦਿੱਤੀ ਗਈ ਹੈ, ਇਹਦੇ ਨਾਲ ਹਾਲਾਤ ਖਰਾਬ ਹੋਣਗੇ ਦੇਸ਼ ਦੇ ਬਹੁਤ ਜ਼ਿਆਦਾ। ਇਸ ਲਈ ਇਹ ਪੈਰੋਲ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਤੋਂ ਬਾਅਦ ਜਾਂ ਸਾਡੇ ਜੋ ਬੰਦੀ ਸਿੰਘ ਨੇ, ਨੌਜਵਾਨ ਸਿੰਘ ਨੇ, ਜੋ ਪਿਛਲੇ ਲੰਮੇ ਸਮੇਂ ਤੋਂ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ, ਪਰ ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਗਿਆ। ਉਹਨਾਂ ਨੂੰ ਇੱਥੋਂ ਤੱਕ ਕਿ 1 ਘੰਟੇ ਦੀ ਪੈਰੋਲ ਦਿੱਤੀ ਗਈ ਹੈ, ਉਹ ਵੀ ਉਹਨਾਂ ਦੇ ਪਿਤਾ ਜੀ ਦੇ ਭੋਗ 'ਤੇ। ਇਸ ਲਈ ਅਸੀਂ ਦੋਹਰਾ ਮਾਪਦੰਡ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੋ ਜਿਹੜੇ ਕਾਨੂੰਨ ਹੈ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ ਹੈ, ਕਿ ਫਿਰਕਾ ਪ੍ਰਸਤੀ ਵਾਲਾ ਕਾਨੂੰਨ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਮਨਿੰਦਰਪਾਲ ਸਿੰਘ ਜੀ। ਮਨਿੰਦਰ ਜੀ, ਕਿਵੇਂ ਦੇਖਦੇ ਹੋ ਪਿਛਲੇ ਦਿਨੀ ਰਾਜੂ ਉਹਨਾਂ ਨੂੰ 1 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਜੀ, ਤੇ ਅੱਜ ਡੇਰਾ ਮੁਖੀ ਨੂੰ 21 ਦਿਨ ਦੀ ਪੈਰੋਲ ਦੇ ਦਿੱਤੀ ਜਾਂਦੀ ਹੈ? ਕਿਵੇਂ ਦੇਖਦੇ ਹੋ? ਕੀ ਲੱਗਦਾ ਕਿਤੇ ਨਾ ਕਿਤੇ ਸਿੱਖਾਂ ਨਾਲ ਕਿਤੇ ਅਣਦੇਖਾ ਨਹੀਂ ਕੀਤਾ ਜਾ ਰਿਹਾ? 1 ਦਿਨ ਦੀ ਨਹੀਂ ਬਾਈ ਜੀ, 1 ਘੰਟੇ ਦੀ ਦਿੱਤੀ ਸੀਗੀ ਉਹਨਾਂ ਨੇ। ਉਹ ਵੀ ਦਿੱਤੀ ਤਾਂ ਆਪਾਂ ਕਹਿ ਲਈਏ ਕਿ ਪਹਿਲਾਂ ਰਿਜੈਕਟ ਕੀਤੀ ਉਹਨਾਂ ਦੇ ਫਾਦਰ ਸਾਹਿਬ। ਆਪਾਂ ਗੱਲ ਕਰਦੇ ਹਾਂ ਕਿ ਮਾਂ-ਪਿਓ ਤੋਂ ਉੱਤੇ ਕੁਝ ਨਹੀਂ ਹੁੰਦਾ, ਇਨਸਾਨ ਦੇ ਬੰਦੇ ਦੇ ਮਾਂ-ਪਿਓ ਤੋਂ ਵੱਧ ਕੁਝ ਵੀ ਨਹੀਂ ਹੁੰਦਾ। ਮਾਂ-ਪਿਓ ਦੇ ਜਦੋਂ ਉਹਨਾਂ ਦੇ ਫਾਦਰ ਸਾਹਿਬ ਚੜ੍ਹਾਈ ਕਰ ਗਏ, ਉਦੋਂ ਉਹਨਾਂ ਨੇ ਬੇਲ ਲਗਾਈ, ਐਪਲੀਕੇਸ਼ਨ ਰਿਜੈਕਟ ਹੋ ਗਈ। ਉਦੋਂ ਬਾਅਦ ਜਦੋਂ ਆਪਾਂ ਭੋਗ ਕਹਿ ਦਿੰਦੇ ਜਿਹਨੂੰ, ਭੋਗ ਦੇ ਉੱਤੇ ਦੁਬਾਰਾ ਫੇਰ ਲਾਈ, ਸਿਰਫ ਤੇ ਸਿਰਫ ਉਹਨਾਂ ਨੂੰ 1 ਘੰਟੇ ਦੀ ਬੇਲ ਦਿੱਤੀ ਗਈ। 1 ਘੰਟਾ ਸਮਾਂ ਐਵੇਂ ਹੁੰਦਾ ਜਿਵੇਂ ਆਪਾਂ ਕੋਰਟ ਦੇ ਵਿੱਚੋਂ ਆਪਾਂ ਨੂੰ ਰਿਹਾਈ ਹੁੰਦੀ ਹੈ, ਆਪਾਂ ਨੂੰ ਘਰ ਜਾਂਦੇ ਹੀ ਸਿਰਫ 1 ਘੰਟਾ ਲੱਗ ਜਾਂਦਾ, ਭਾਵੇਂ ਜਿੱਥੋਂ ਆਪਾਂ ਨੇੜਿਓਂ ਦੂਰੋਂ ਜਿੱਥੋਂ ਮਰਜ਼ੀ ਆਏ। ਕੇਵਲ ਉਹਨਾਂ ਨੂੰ ਬਹਿਣ ਦਾ ਸਮਾਂ ਆਪਣੇ ਪਰਿਵਾਰ ਦੇ ਵਿੱਚ ਆਪਣੀ ਭੈਣ ਦੇ ਕੋਲ ਸਿਰਫ 10 ਮਿੰਟ ਉਹਨਾਂ ਦੇ ਕੋਲ ਬਚੇ ਸੀ। 10 ਮਿੰਟ ਦੇ ਵਿੱਚ ਦੱਸੋ ਕੀ ਕਰ ਸਕਦਾ? ਇਹਨੂੰ ਐਡੀ ਕੀ ਜ਼ਰੂਰਤ ਹੋ ਗਈ? ਕੀ ਇਹਨੂੰ ਇੰਨਾ ਲਾਜ਼ਮੀ ਸਰਕਾਰਾਂ ਨੂੰ ਕੀ ਲਾਜ਼ਮੀ ਹੋ ਗਿਆ ਕਿ ਇਹਨੂੰ ਆਪਾਂ 21 ਦਿਨਾਂ ਦੀ ਪੈਰੋਲ ਦਿੱਤੀ ਗਈ ਬਿਨਾਂ ਕੋਈ ਮਕਸਦ ਤੋਂ? ਕੋਈ ਮਕਸਦ ਨਹੀਂ, ਕੋਈ ਇਹਦਾ ਕੋਈ ਆਪਾਂ ਕਹਿ ਲਈਏ ਕੋਈ ਇਹਨਾਂ ਦਾ ਕੋਈ ਨੁਕਸਾਨ ਨਹੀਂ, ਕੋਈ ਪਰਿਵਾਰਕ ਹੋਇਆ ਜਾਂ ਕੁਝ ਆਪਾਂ ਕਹਿ ਲਈਏ ਕਿ ਬਿਨਾਂ ਮੰਗੇ ਤੋਂ, ਉਹ ਵੀ ਬਿਨਾਂ ਮੰਗੇ ਤੋਂ ਇਹਨੂੰ ਪੈਰੋਲ ਦਿੱਤੀ ਗਈ 21 ਦਿਨਾਂ ਦੀ। ਮਾਹੌਲ ਆਪਾਂ ਵੇਖੀਏ ਕਿ ਸਿੱਧਾ ਮਾਹੌਲ ਖਰਾਬ ਕਰਨ ਦਾ, ਇਹ ਵੋਟਾਂ ਦੇ ਵਿੱਚ ਜਿਹੜੀ ਗੰਦੀ ਪੋਲਿਟਿਕਸ ਕਰਦੀਆਂ ਜਿਹੜੀਆਂ ਸਰਕਾਰਾਂ, ਉਹਦੇ ਕਰਕੇ ਇਹ ਸਾਰਾ ਪੰਜਾਬ ਦਾ ਜਿਹੜਾ ਮਾਹੌਲ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਸਿੱਖਾਂ ਦੀ ਆ। ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿਆਰ ਕਰਦੇ ਆ, ਸਤਿਕਾਰ ਕਰਦੇ ਆ, ਆਪਣੀ ਜਾਨ ਤੋਂ ਵੱਧ ਕਰਦੇ ਆ। ਸੋ ਇਹ ਆਪਾਂ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਜਿੱਥੇ ਵੀ ਬੇਅਦਬੀ ਹੋਈ, ਉਹਦੇ ਕਿਤੇ ਨਾ ਕਿਤੇ ਪੈੜ ਜਦੋਂ ਨੱਪਦੀਆਂ ਸਰਕਾਰਾਂ, ਜਦੋਂ ਬਣਦੀਆਂ ਸਿੱਟਾਂ ਬਣਦੀਆਂ, ਇਹਦੇ ਡੇਰੇ ਵਿੱਚ ਨਿਕਲਦਾ। ਆਪਾਂ ਵੇਖਿਆਗਾ ਕਿ ਉਸ ਵਜ੍ਹਾ ਦੇ ਕਰਕੇ ਪੋਸ਼ਾਕ ਦੀ ਵੀ ਗੱਲ ਕਰ ਲਈਏ, ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੋਸ਼ਾਕ ਵੀ ਪਾਈ ਸੀ, ਉਹਦਾ ਰੋਸ ਹੈ। ਸਾਡੀ ਕਿਸੇ ਨਾਲ ਪਰਸਨਲ ਦੁਸ਼ਮਣੀ ਕੋਈ ਵੀ ਨਹੀਂ, ਭਾਵੇਂ ਉਹ ਡੇਰੇ ਅਨੇਕਾਂ ਡੇਰੇ ਨੇ ਪੰਜਾਬ ਦੇ ਵਿੱਚ, ਅਨੇਕਾਂ ਡੇਰੇ ਚੱਲਦੇ ਪਏ ਨੇ, ਸਾਡਾ ਕਿਸੇ ਨਾਲ ਪਰਸਨਲੀ ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ।
ਵਾਧੂ ਬੈਠੇ ਆ, ਥਾਂ ਥਾਂ ਤੇ ਬਣਾ ਕੇ, ਪਿੰਡਾਂ 'ਚ ਬਣਾ ਕੇ ਬੈਠੇ, ਹਰ ਪਿੰਡ 'ਚ ਚੱਲ ਜੀਏ ਆਪਾਂ ਡੇਰਾ ਕੋਈ ਨਾ ਕੋਈ ਵਿਖੇਗਾ। ਪਰ ਆਪਾਂ ਗੱਲ ਜਿਹੜੀ ਹਮੇਸ਼ਾ ਹੀ ਜਦੋਂ ਆਪਣੀ ਗੱਲ ਆਉਂਦੀ ਆ ਕਿ ਸਰਸੇ ਵਾਲੇ ਨਾਲ ਆਪਣੇ ਵਿਰੋਧ ਇਸ ਕਰਕੇ ਹੁੰਦਾ ਕਿ ਸਾਡੇ ਗੁਰੂ ਦਾ ਸਵਾਂਗ ਰਚਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਵੀ ਇਹ ਪਾਇਆ ਗਿਆ। ਸਰਕਾਰਾਂ ਨੇ ਜਦੋਂ ਕਿਹਾ ਕਿ ਇਹ ਦੋਸ਼ੀ ਹੈ, ਇਹਦੇ ਪੈਰੋਕਾਰ ਸੀਗੇ ਜਿਹੜੇ ਉਹਨਾਂ ਨੇ ਬੇਅਦਬੀ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੈਰਾਂ ਵਿੱਚ ਆਪਾਂ ਗਲੀਆਂ ਦੇ ਵਿੱਚ ਰੋਲਿਆਗਾ। ਇਸ ਵਜ੍ਹਾ ਦੇ ਕਰਕੇ ਸਾਨੂੰ ਅੱਜ ਅਸੀਂ ਰੋਸ ਹੈ ਕਿ ਇਹ ਬੰਦੇ ਨੂੰ ਪਰੋਲ ਨਾ ਦਿੱਤੀ ਜਾਵੇ। ਦੂਜੇ ਪਾਸੇ ਜਦੋਂ ਸਾਡੇ ਸਿੰਘ ਨੇ ਉਹ 30 ਉਮਰ ਕੈਦਾਂ ਹੰਢਾ ਕੇ ਬੈਠੇ ਆ ਕਿ ਅਸੀਂ ਭੀਖ ਮੰਗ ਕੇ ਇਹਨਾਂ ਸਰਕਾਰਾਂ, ਕਿੰਨੀ ਦੇਰ ਅਸੀਂ ਭੀਖ ਮੰਗਾਂਗੇ। ਦੂਜੇ ਪਾਸੇ ਅਸੀਂ ਹੱਕ ਮੰਗਦੇ ਪਏ ਆਪਦੇ ਕਿ ਲੈ ਵੀ ਸਾਨੂੰ ਜਿਹੜੇ ਸਾਡੇ ਸਿੰਘ ਨੇ ਰਿਹਾ ਕਰੋ, ਪਰ ਇਹਨਾਂ ਨੂੰ ਬਿਨਾਂ ਮੰਗੇ ਪਰੋਲਾਂ ਮਿਲੀ ਜਾਂਦੀਆਂ। ਅਸੀਂ ਮੰਗ ਕੇ 10 ਸਾਲ ਤੋਂ ਐਜੀਟੇਸ਼ਨ ਕਰਦੇ ਆ, ਕੋਈ ਕਿਤੇ ਧਰਨਾ ਮੁਜ਼ਾਹਰਾ ਕਰਦੇ ਆ ਕਿ ਜਿਵੇਂ ਭੁੱਖ ਹੜਤਾਲਾਂ ਤੇ ਵੀ ਸਾਡੇ ਸਿੰਘ ਬੈਠੇ ਰਹੇ ਨੇ, ਮਰਨ ਵਰਤ ਤੇ ਵੀ ਬੈਠੇ ਰਹੇ ਨੇ, ਪਰ ਦੂਜੇ ਪਾਸੇ ਸਾਡੇ ਇਹਨਾਂ ਦੇ ਟਸ ਤੋਂ ਮਸ ਨਹੀਂ ਹੋਈਆਂ ਸਰਕਾਰਾਂ। ਤੇ ਸਾਡਾ ਹੱਕ ਬਣਦਾ, ਜਿਹੜਾ ਸਾਡਾ ਹੱਕ ਬਣਦਾ, ਸਾਡੇ ਹੱਕ ਵੀ ਨਹੀਂ ਸਾਨੂੰ ਦਿੱਤੇ ਜਾਂਦੇ। ਕੀ ਲੱਗਦਾ ਇਹ ਸਭ ਵੋਟ ਬੈਂਕ ਲਈ ਕੀਤਾ ਗਿਆ, ਕਿਉਂਕਿ ਡੇਰਾ ਮੁਖੀ ਨਾਲ ਲੋਕ ਕਾਫੀ ਜੁੜੇ ਹੋਏ ਆ? ਡੇਰਾ ਮੁਖੀ ਨਾਲ ਕੋਈ ਲੋਕ ਨਹੀਂ ਜੁੜੇ ਜੀ। ਇਹ ਜਿਵੇਂ ਆਪਾਂ ਤੁਹਾਨੂੰ ਮੈਂ ਇੱਕ ਛੋਟੀ ਐਗਜ਼ਾਮਪਲ ਦੇਣਾ, ਜਦੋਂ ਵੋਟਾਂ ਆਉਂਦੀਆਂ ਤੁਸੀਂ ਵੇਖਦੇ ਆ ਸਰਕਾਰਾਂ ਕੀ ਕਰਦੀਆਂ, ਸਰਕਾਰ ਦੇ ਮਗਰ ਕੋਈ ਵੋਟ ਬੈਂਕ ਨਹੀਂ, ਕਿਉਂਕਿ ਸਰਕਾਰਾਂ ਕੰਮ ਹੀ ਨਹੀਂ ਕਰਦੀਆਂ। ਪੌਣੇ 5 ਸਾਲ ਸਰਕਾਰਾਂ ਕੋਈ ਕੰਮ ਨਹੀਂ ਕਰਦੀਆਂ। ਐਂਡ ਤੇ ਜਿਹੜੇ 10 15 20 ਦਿਨ, ਮਹੀਨਾ 2 ਮਹੀਨੇ ਬਚ ਜਾਂਦੇ ਆ, ਇਹ ਕੀ ਕਰਦੇ ਆ ਕਿ ਨਰੇਗਾ ਵਾਲੇ ਮਜ਼ਦੂਰ ਦਿਹਾੜੀਦਾਰ ਇਕੱਠੇ ਕਰ ਲੈਂਦੇ, ਕਿਉਂਕਿ ਹਰ ਬੰਦਾ ਇੱਥੇ ਨੌਕਰੀ ਤਾਂ ਕਿਸੇ ਕੋਲ ਹੈ ਨਹੀਂ। ਲੋਕ ਤੁਰੇ ਫਿਰਦੇ ਆ, ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕ ਤੁਰੇ ਫਿਰਦੇ ਆ, ਮਾਤੜ ਗਰੀਬ ਲੋਕ ਹੁੰਦੇ ਨਾ, ਉਹਨਾਂ ਨੂੰ ਚੁੱਕਦੇ ਆ, ਬੱਸਾਂ ਦੇ ਵਿੱਚ ਲਿਜਾਂਦੇ ਆ, ਦਿਹਾੜੀ ਦੇ ਕੇ ਬੱਸਾਂ ਭਰ ਕੇ ਇਹ ਸਰਕਾਰਾਂ ਜਿਹੜੀਆਂ ਲੈ ਕੇ ਆਉਂਦੀਆਂ, ਫਿਰ ਉੱਥੇ ਸ਼ੋਅ ਕਰਦੇ ਆ, ਵੇਖੋ ਜੀ ਸਾਡਾ। ਇਹ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਹੈ। ਜਿਹੜੀ ਆਪਾਂ ਕਹਿੰਦੇ ਨਾ ਕਿ ਸਰਕਾਰਾਂ ਅਸੀਂ ਬਣਾਉਂਦੇ, ਇਹ ਸਾਨੂੰ ਬੜੀ ਵੱਡੀ ਗਲਤਫਹਿਮੀ। ਸਰਕਾਰਾਂ ਅਸੀਂ ਨਹੀਂ ਚੁਣਦੇ, ਸਰਕਾਰ ਚੁਣਦੀ ਆ, ਕਾਰਪੋਰੇਟ ਘਰਾਣਾ ਚੁਣਦਾ। ਕਾਰਪੋਰੇਟ ਘਰਾਣਾ ਜਿਹਦੇ ਤੇ ਵੀ ਦਿਆਲ ਹੋਊਗਾ, ਸਰਕਾਰ ਉਹਦੀ ਬਣੂਗੀ। ਕਾਰਪੋਰੇਟ ਘਰਾਣਾ ਜੇ ਅੱਜ ਚਾਵੇ ਕੇਜਰੀਵਾਲ ਦੀ ਸਰਕਾਰ ਸਵੇਰੇ ਬਣ ਜੂਗੀ, ਜੇ ਅੱਜ ਚਾਵੇ ਬਾਦਲਾਂ ਨੂੰ ਫਿਰ ਲੈ ਆਉਣਗੇ। ਜਿਹੜਾ ਜਾ ਕੇ ਲੰਮੇ ਪੈ ਜਾਏਗਾ, ਇਹਨਾਂ ਦੇ ਜ਼ਮੀਰ ਉਹਨੂੰ ਗਹਿਣੇ ਰੱਖ ਦੇਗਾ, ਉਹਦੀ ਸਰਕਾਰ ਬਣ ਜਾਏਗੀ। ਇਹ ਉਸੇ ਤਰ੍ਹਾਂ ਹੀ ਇਹ ਸਿਸਟਮ ਹੈ ਸਾਰਾ। ਇਹ ਸਾਰਾ ਜਿਹੜਾ ਤੁਸੀਂ ਕਹਿੰਦੇ ਨਾ ਉਹਦੇ ਮਗਰ ਆਏ ਹੋ, ਇਹ ਲਿਆ ਕੇ ਬਾਹਰੋਂ ਜਿਹੜੇ ਬੰਦੇ ਬੱਸਾਂ ਦੇ ਵਿੱਚ ਭਰ ਕੇ, ਪਿੱਛੇ ਆਪਾਂ ਸਲਾਬਤਪੁਰੇ ਵੀ ਵੇਖਿਆ ਕਿ ਕਿਵੇਂ ਵੱਡਾ ਇਕੱਠ ਕੀਤਾ, ਉਹ ਇਸੇ ਤਰ੍ਹਾਂ ਹੀ ਕੀਤਾ। ਇਹਨਾਂ ਦੇ ਪੈਰੋਕਾਰ ਜਿਹੜੇ ਸੀਗੇ ਬੱਸਾਂ ਭਰ ਕੇ ਲਿਆਂਦੇ, ਆ ਇਕੱਠ ਹੋ ਗਿਆ ਜੀ। ਸਰਕਾਰਾਂ ਨੂੰ ਪ੍ਰੈਸ਼ਰ ਪਾਉਣ ਦੇ ਕਰਕੇ ਕਿ ਲੈ ਵੀ ਸਾਡੇ ਮਗਰ ਵੋਟ ਬੈਂਕ ਇੰਨਾ ਹੈ, ਆਏ ਜੇ ਤੁਸੀਂ ਨਾ ਛੱਡਿਆ ਅਸੀਂ ਤੁਹਾਡਾ ਕਰ ਦਿਆਂਗੇ, ਕੱਖ ਵੀ ਨਹੀਂ ਹੋਣਾ। ਮੈਂ ਇੱਕ ਵਾਰੀ ਸਰਕਾਰ ਨੂੰ ਵੀ, ਹਰ ਇੱਕ ਸਰਕਾਰ ਨੂੰ ਬੇਨਤੀ ਕਰਦਾ ਕਿ ਕੇਵਲ ਤੇ ਕੇਵਲ ਇਹਨਾਂ ਤੋਂ ਤੁਸੀਂ ਇੱਕ ਵਾਰੀ ਜਵਾਬ ਦੇ ਕੇ ਵੇਖੋ, ਪਤਾ ਲੱਗ ਜੂਗਾ, ਸ਼ੀਸ਼ਾ ਇਹਨਾਂ ਨੂੰ ਵੀ ਹੋ ਜੂਗਾ ਕਿ ਕਿੰਨੇ ਪਾਣੀ 'ਚ ਇਹ ਨੇ ਤੇ ਕਿੰਨੇ ਪਾਣੀ 'ਚ ਆਪਾਂ। ਤਾਂ ਸਾਡੇ ਨਾਲ ਹੋਰ ਵੀ ਸਿੰਘ ਇੱਥੇ ਮੌਜੂਦ ਆ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸਤਵੰਤ ਸਿੰਘ ਮਾਨਕਾ ਜੀ। ਸਤਵੰਤ ਸਿੰਘ ਜੀ, ਕਿਵੇਂ ਦੇਖਦੇ ਹੋ ਡੇਰਾ ਮੁਖੀ ਨੂੰ 21 ਦਿਨ ਦੀ ਪਰੋਲ ਦਿੱਤੀ ਗਈ ਹੈ ਜੀ? ਉਹਦੇ 'ਚ ਅਸੀਂ ਤਾਂ ਇਹ ਵੇਖਦੇ ਹਾਂ ਵੀ ਇਹ ਜਿਹੜੀ ਬੀਜੇਪੀ ਦੀ ਸਰਕਾਰ ਨੇ ਇਹਨੂੰ ਪਰੋਲ ਦਿੱਤੀ ਹੈ, ਇੱਕ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਵੋਟਾਂ ਦਾ ਬੋਲਬਾਲਾ ਹੈ ਨਹੀਂ। ਬਾਕੀ ਉਹ ਜਦੋਂ ਪਿਛਲੇ ਦਿਨੀ PM ਸਾਹਿਬ ਆਏ ਸੀਗੇ ਤੇ ਉਹਦਾ ਵੀ ਉਹ ਕੋਈ ਵਿਰੋਧ ਕੱਢਣਾ ਚਾਹੁੰਦੇ ਆ ਸਾਡੀ ਸਿੱਖ ਕੌਮ ਨੂੰ ਲੜਾ ਕੇ, ਕਿਉਂਕਿ ਵੀ ਇਹਦਾ ਵਿਰੋਧ ਕਰਨਗੇ ਸਿੱਖ ਵਿਰੋਧ ਕਰਨਗੇ ਤੇ ਜੋ ਉਹਦੇ ਨਾਲ ਦੰਗੇ ਭੜਕਣ ਦਾ ਵੀ ਖਦਸ਼ਾ ਹੈਗਾ। ਤੇ ਇਸ ਕਰਕੇ ਸਾਰਾ ਬੀਜੇਪੀ ਦਾ ਸਟੰਟ ਹੈ ਇਹ। ਦੇਖਿਆ ਜਾਵੇ ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕੀਤੀ ਜਾ ਰਹੀ ਹੈ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਨਾ ਹੀ ਪਰੋਲ ਦਿੱਤੀ ਜਾ ਰਹੀ ਹੈ। ਤੇ ਅੱਜ ਡੇਰਾ ਮੁਖੀ ਦੇ ਇੱਕ ਕਹਿਣੇ ਤੇ 21 ਦਿਨ ਦੀ ਪਰੋਲ ਦੇ ਦਿੱਤੀ ਗਈ ਹੈ। ਕੀ ਲੱਗਦਾ ਇਹ ਸਭ ਕੁਝ ਵੋਟ ਬੈਂਕ ਲਈ ਕੀਤਾ ਗਿਆ? ਹਾਂਜੀ, ਇਹ ਸਾਰਾ ਵੋਟ ਬੈਂਕ ਦੇ ਕਾਰਨ ਹੈ ਵੀ ਜਿਹੜੇ ਇਹਦੇ ਹੈਗੇ ਮਤਲਬ ਵੀ ਪੈਰੋਕਾਰ ਵੀ ਉਹ ਮਤਲਬ ਵੋਟ ਜਿਹੜੀ ਵੀ ਪਾਰਟੀ ਨੂੰ ਉਹ ਚਾਹਣਗੇ ਉਹ ਪਾਉਣਗੇ। ਹੈ ਤਾਂ ਰਾਜਨੀਤੀ ਦਾ ਵੋਟਾਂ ਦੀ ਹੈ, ਪਰ ਜੋ ਮਰਜ਼ੀ ਵੋਟ ਬੈਂਕ ਦਾ ਆਪਦਾ ਇਸਤੇਮਾਲ ਕਰਨਾ ਸਰਕਾਰਾਂ ਦੀਆਂ ਨਹੀਂ ਬਣਨ ਵਾਲੀਆਂ, ਕਿਉਂਕਿ ਲੋਕ ਸਮਝ ਚੁੱਕੇ ਆ, ਲੋਕ ਸਿਆਣੇ ਹੋ ਚੁੱਕੇ ਆ। ਇਹਨਾਂ ਦਾ ਹੁਣ ਇੱਥੇ ਕੁਝ ਬਣਨ ਵਾਲਾ ਤਾਂ ਹੈ ਨਹੀਂ, ਬੋਲਬਾਲਾ ਹੈ ਨਹੀਂਗਾ। ਇਸ ਕਰਕੇ ਇਹਨਾਂ ਨੂੰ ਪਰੋਲਾਂ ਦੇ ਕੇ ਜਾਲੀ ਬੰਦਿਆਂ ਨੂੰ ਇਹ ਪੰਜਾਬ ਦੇ ਵਿੱਚ ਇੱਕ ਨਵਾਂ ਖਲਵਾੜ ਪੈਦਾ ਕਰਨਾ ਚਾਹੁੰਦੇ ਆ। ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਬਰਾਏ ਮਿਹਰਬਾਨੀ ਕਰਕੇ ਜਿਹੜੀਆਂ ਘਿਨਾਉਣੀਆਂ ਹਰਕਤਾਂ ਨਾ ਕਰੋ। ਸਿੱਖ ਕੌਮ ਦੇ ਉੱਤੇ ਤਰਸ ਕਰੋ, ਇਹ ਸਿੱਖ ਕੌਮ ਤੇ ਤਰਸ ਕਰੋ। ਤੁਸੀਂ ਫਿਰ ਵੀ ਇਸ ਦੇਸ਼ ਦੇ ਵਸਿੰਦੇ ਆ, ਦੇਸ਼ ਤੇ ਮਾਣ ਆ ਸਾਨੂੰ ਵੀ ਤੁਹਾਨੂੰ ਵੀ, ਪਰ ਤੁਸੀਂ ਕੁਛ ਤਾਂ ਸੋਚੋ, ਗੱਲ ਕਰ ਲੈ ਕੇ ਕੋਈ ਸੋਚਿਆ ਕਰੋ ਵੀ ਇਹ ਗੱਲ ਜਾਣੀ ਕਿੱਧਰ ਨੂੰ ਹੈ।
ਪਰ ਇਹ ਸੋਚਦੇ ਨਹੀਂ, ਇਹਨ ਸਿਰਫ ਚੌਧਰ ਪਿਆਰੀ ਕੁਰਸੀ ਮਾਰੇ ਸਾਰਾ ਕੁਝ ਕਰੀ ਜਾਂਦੇ ਆ। ਕੀ ਨਾਮ ਜਥੇਦਾਰ ਗੁਰਮੀਤ ਸਿੰਘ ਮੁਖੀ ਆਲ ਇੰਡੀਆ ਦਸ਼ਮੇਸ਼ ਖਾਲਸਾ ਦਲ। ਜਥੇਦਾਰ ਜੀ ਡੀਸੀ ਦਫ਼ਤਰ ਦੇ ਬਾਹਰ ਇਕੱਠਾ ਹੋਏ ਹੋ, ਡੇਰਾ ਮੁਖੀ ਨੂੰ 21 ਦਿਨ ਦੀ ਪੈਰੋਲ ਦਿੱਤੀ ਗਈ ਹੈ, ਮੰਗ ਪੱਤਰ ਵੀ ਦਿੱਤਾ ਗਿਆ, ਕੀ ਲੱਗਦਾ ਸੁਣਵਾਈ ਹੋਵੇਗੀ? ਵੇਖੋ ਜੀ, ਜੋ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਵੀ ਰਾਈਟ ਸਾਰਿਆਂ ਦਾ ਬਰਾਬਰ ਆ, ਹੱਕ ਸਾਰਿਆਂ ਨੂੰ ਆ ਆਪੋ ਆਪਣੀ ਆਵਾਜ਼ ਨੂੰ ਬੁਲੰਦ ਕਰਨਾ। ਪਰ ਇਹ ਜਿਹੜੀਆਂ ਸਰਕਾਰਾਂ ਇਹ ਆਪਣਾ ਜਿਹੜਾ ਕਿ ਰਵੱਈਆ ਉਹਨੂੰ ਬਦਲਣ ਵਾਸਤੇ ਤਿਆਰ ਨਹੀਂ, ਤੇ ਲੋਕ ਇਹਨਾਂ ਸਰਕਾਰਾਂ ਦੀ ਜਿਹੜੀ ਘਿਨਾਉਣੀ ਹਰਕਤ ਆ ਉਹਨੂੰ ਬਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ। ਜੋ ਕਿ ਅੱਜ ਦੀ ਇਹ ਘਿਨਾਉਣੀ ਹਰਕਤ ਜੋ ਇੱਕ ਸੌਦਾ ਸਾਧ ਬਲਾਤਕਾਰੀ, ਜੋ ਕਿ ਸਿੱਖਾਂ ਦੇ ਕਾਤਲ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਦੋਸ਼ੀ, ਜੋ ਇਹ ਦੋਸ਼ ਦੇ ਮੁਤਾਬਕ ਇਹਨੂੰ ਉਮਰ ਕੈਦ ਦੇ ਵਿੱਚ ਬਹੁਤ ਵੱਡੀ ਸਜ਼ਾ ਜਿਹੜੀ ਮਿਲੀ ਆ। ਕਾਨੂੰਨ ਨੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ, ਪਰ ਇਹ ਸਰਕਾਰਾਂ ਦੀਆਂ ਜਿਹੜੀਆਂ ਚਾਲਾਂ, ਉਹ ਸਰਕਾਰਾਂ ਦੀਆਂ ਚਾਲਾਂ ਦੇ ਮੁਤਾਬਕ ਹੀ ਇਹ ਸਾਰਾ ਵੋਟ ਬੈਂਕ ਨੂੰ ਇਕੱਠਿਆਂ ਕਰਨ ਵਾਸਤੇ ਇਹ ਘਿਨਾਉਣੀਆਂ ਹਰਕਤਾਂ, ਕੋਝੀਆਂ ਚਾਲਾਂ ਜਿਹੜੀਆਂ ਇਹ ਚੱਲੀਆਂ ਜਾਂਦੀਆਂ। ਅਸੀਂ ਤਾਂ ਇਹੀ ਕਵਾਂਗੇ ਕਿ ਜੇ ਸਿੱਖਾਂ ਦੇ ਨਾਲ ਐਡੀ ਵੱਡੀ ਤੁਸੀਂ ਇਹ ਇੱਕ ਦੂਰੀ ਨੀਤੀ ਬਣਾਓਗੇ ਤਾਂ ਇਹਦਾ ਸਿੱਟਾ ਕੋਈ ਜ਼ਿਆਦਾ ਵਧੀਆ ਨਿਕਲਣ ਵਾਲਾ ਤਾਂ ਹੈ ਨਹੀਂ। ਪਰ ਜਿਵੇਂ ਸਿੱਖਾਂ ਨੇ ਬਹੁਤ ਤਾਦਾਦ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਭਾਰਤ ਵਰਸ਼ ਦੀ ਜਿਹੜੀ ਰੱਖਿਆ ਕੀਤੀ, ਇਹਨਾਂ ਲੋਕਾਂ ਦੀਆਂ ਜਿਹੜੀਆਂ ਬਹੂਆਂ ਤੇ ਬੇਟੀਆਂ ਦੀਆਂ ਇੱਜ਼ਤਾਂ ਬਚਾਈਆਂ, ਤੇ ਅੱਜ ਉਹੀ ਲੋਕ ਇਹਨਾਂ ਸਿੱਖਾਂ ਦੇ ਜੋ ਮਗਰ ਪਏ, ਇਹਨਾਂ ਨੂੰ ਜਲੀਲ ਕਰਨ ਵਾਸਤੇ ਥਾਂ ਥਾਂ ਤੇ ਜਿਹੜਾ ਇਹ ਆਪਣਾ ਕੋਝਾ ਮਜ਼ਾਕ ਸਮਝ ਲਓ ਜਾਂ ਕੋਝੀਆਂ ਚਾਲਾਂ ਸਮਝ ਲਓ, ਇਹ ਇੱਕ ਕਾਨੂੰਨ ਨਹੀਂ ਇਹ ਗੱਲ ਕਹਿ ਰਿਹਾ ਵੀ ਇਹ ਸਿੱਖਾਂ ਦੇ ਨਾਲ ਵਿਤਕਰਾ ਕਰੋ। ਕਾਨੂੰਨ ਨੇ ਜਿਹੜਾ ਰਾਈਟ ਦਿੱਤਾ ਉਹ ਸਾਰਿਆਂ ਨੂੰ ਬਰਾਬਰ ਦਾ ਦਿੱਤਾ, ਪਰ ਇਹ ਜਿਹੜੀਆਂ ਇਹਨਾਂ ਦੀਆਂ ਮਾੜੀਆਂ ਹਰਕਤਾਂ, ਮਾੜੀਆਂ ਕਰਤੂਤਾਂ, ਇਹ ਆਪਦੀਆਂ ਮਾੜੀਆਂ ਕਰਤੂਤਾਂ ਨੂੰ ਲੁਕਾਉਣ ਵਾਸਤੇ ਆਪਣਾ ਇਹ ਸੌਦਾ ਸਾਧ ਨੂੰ ਇੱਕ ਜਿਹੜੀ ਇਹ ਪੈਰੋਲ ਦਿੱਤੀ ਆ 20 ਦਿਨ ਦੀ, ਇਹ ਬਹੁਤ ਵੱਡੀ ਸਾਜ਼ਿਸ਼ ਆ ਜਿਹੜੇ ਇਹ ਦੰਗੇ ਭੜਕਾਉਣ ਵਾਸਤੇ ਤੇ ਸਿੱਖਾਂ ਨੂੰ ਜਲੀਲ ਕਰਨ ਵਾਸਤੇ। ਇਹ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰੀ ਜਿਹੜੀ ਇਹ ਤਾਣਾ ਬਾਣਾ ਬੁਣਿਆ ਗਿਆ। ਅਸੀਂ ਤਾਂ ਇਹਨੂੰ ਬਹੁਤ ਮੰਦਭਾਗਾ ਸਮਝਾਂਗੇ ਤੇ ਸਰਕਾਰ ਤੋਂ, ਕਾਨੂੰਨ ਤੋਂ ਇਹੀ ਮੰਗ ਕਰਾਂਗੇ ਕਿ ਇਹੋ ਜਿਹੇ ਦੋਸ਼ੀਆਂ ਨੂੰ ਜੋ ਸਜ਼ਾਵਾਂ ਦਿੱਤੀਆਂ ਪੂਰੀਆਂ, ਉਹਨਾਂ ਜਿੰਨਾ ਚਿਰ ਉਹ ਸਜ਼ਾਵਾਂ ਨਹੀਂ ਕੱਟਦੇ ਉਹਨਾਂ ਚਿਰ ਉਹਨਾਂ ਨੂੰ ਬਾਹਰ ਆਉਣ ਦਾ ਕੋਈ ਅਧਿਕਾਰ ਨਹੀਂ। ਜੇ ਇਹਨਾਂ ਵਾਸਤੇ ਅਧਿਕਾਰ ਆ ਬਾਹਰ ਆਉਣ ਦਾ, ਪੈਰੋਲ ਇਹਨਾਂ ਨੂੰ ਮਿਲ ਸਕਦੀ ਆ, ਤੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਜੋ ਸਿੱਖ ਭਰਾ, ਸਿੱਖ ਵੀਰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕੱਟ ਲਈਆਂ, ਤੇ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ? ਫਿਰ ਇਹ ਉਹਨਾਂ ਵਾਸਤੇ ਕੀ ਗੱਲ ਕਾਨੂੰਨ ਕੋਈ ਹੋਰ ਆ? ਮੈਂ ਤਾਂ ਇਹ ਸਮਝੂੰਗਾ ਕਿ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬਾਦਲ ਸਾਹਿਬ ਦੇ ਉੱਤੇ ਦੋਸ਼ ਲੱਗ ਰਿਹਾ ਵੀ ਉਹਨੇ ਇੱਕ ਸੰਵਿਧਾਨ ਜਿਹੜਾ ਉਹ ਡਵਲਮੈਂਟ ਦੇ ਵਿੱਚ ਰਚਿਆ ਹੋਇਆ, ਜਿਹੜਾ ਕਿ ਉਹ ਦੂਹਰਾ ਸੰਵਿਧਾਨ ਆ, ਅਸੀਂ ਤਾਂ ਕਹਾਂਗੇ ਉਹ ਸੰਵਿਧਾਨ ਜਿਹੜਾ ਇਹਨਾਂ ਦਾ ਡੁਪਲੀਕੇਟ ਸੰਵਿਧਾਨ ਆ, ਉਹਦੇ ਤਹਿਤ ਇਹ ਚਾਲਾਂ ਜਿਹੜੀਆਂ ਉਹ ਖੇਡੀਆਂ ਜਾ ਰਹੀਆਂ। ਇਹੀ ਬੇਨਤੀ ਆ ਤੇ ਧੰਨਵਾਦ। ਸਿੱਖਾਂ ਨੂੰ ਜਿਹੜਾ ਬਣਦਾ ਹੱਕ ਮਾਣ ਉਹ ਦਿੱਤਾ ਜਾਵੇ, ਤੇ ਇਹੋ ਜਿਹੀਆਂ ਹਰਕਤਾਂ ਕਰਨ ਤੋਂ ਸਰਕਾਰ ਵੀ ਤੇ ਇਹ ਅਫਸਰਸ਼ਾਹੀ ਵੀ ਇਹ ਬਾਜ਼ ਆਉਣ, ਇਹ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਤੇ ਜੇਲ੍ਹਾਂ ਦੇ ਵਿੱਚ ਬੰਦ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਡੇ ਨਾਲ ਭਾਈ ਲਖਵੀਰ ਸਿੰਘ ਮਹਾਲਮ ਵੀ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ, ਡੀਸੀ ਦਫ਼ਤਰ ਦੇ ਬਾਹਰ ਇਕੱਠਾ ਹੋਏ ਹੋ, ਪੁਤਲਾ ਫੂਕਿਆ ਗਿਆ, ਮੰਗ ਕੀਤੀ ਗਈ ਹੈ ਕਿ ਡੇਰਾ ਸਾਹਿਬ ਦੀ ਪੈਰੋਲ ਜਿਹੜੀ ਉਹ ਕੈਂਸਲ ਕੀਤੀ ਜਾਵੇ, ਕੀ ਲੱਗਦਾ ਕੈਂਸਲ ਹੋਵੇਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਦੋ ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਸਾਧ ਨੇ ਅੰਗ ਗਲੀਆਂ 'ਚ ਖਿਲਾਰੇ, ਤੇ ਆਪਣੇ ਡੇਰੇ ਦੇ ਮੈਨੇਜਰ ਦਾ ਕਾਤਲ ਤੇ ਪੱਤਰਕਾਰ ਜੋ ਕਿ ਹਿੰਦੁਸਤਾਨ ਦਾ ਚੌਥਾ ਥੰਮ ਮੰਨਿਆ ਜਾਂਦਾ, ਛਤਰਪਤੀ ਦਾ ਕਤਲ ਕਰਨ ਵਾਲਾ, ਹੋਰ ਸਾਧਨੀਆਂ ਨਾਲ ਬਲਾਤਕਾਰ ਕਰਨ ਵਾਲਾ ਬੰਦਾ, ਕਿਹੜੇ ਲੱਖਾਂ ਲੋਕਾਂ ਨੂੰ ਪੁੰਸਕ ਬਣਾਉਣ ਵਾਲਾ, ਤੇ ਹੋਰ ਸੰਗੀਨ ਜ਼ੁਲਮਾਂ ਦੇ ਘਿਰਿਆ ਹੋਇਆ ਬੰਦਾ, ਤੇ ਕਿਹੜੀ ਹਰਿਆਣਾ ਸਰਕਾਰ ਨੇ ਉਹਨੂੰ ਜ਼ਿੰਮੇਵਾਰੀ ਲਈ ਆ ਪੈਰੋਲ ਦੇਣ ਵਾਸਤੇ, ਮੈਂ ਹੀ ਸੰਭਾਲਾਂਗੇ। ਤੇ ਬੀਜੇਪੀ ਕਿਹੜੀ ਸੈਂਟਰ ਦੀ ਸਰਕਾਰ ਬੈਠੀ ਹੈ, ਵੋਟ ਦੇ ਬੈਂਕ ਨੂੰ ਬਣਾਉਣ ਦੀ ਖਾਤਰ ਇਹ ਕੰਮ ਹੋਇਆ ਹੈ। ਮੈਂ ਸਾਰੀ ਕੌਮ ਨੂੰ ਆਪਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਵੀਰੋ, ਲੋਕਾਂ ਨੂੰ ਭਰਮ ਪਾਲੇ ਹੋਏ ਨੇ। ਜਿਸ ਨੇ ਵੀ ਉਹਦੀ ਵੋਟ ਦੀ ਆਸ ਤੱਕੀ, ਉਹਦੀ ਸਰਕਾਰ ਬਣੀ ਨਹੀਂ ਕਦੀ।
2007 ਵਿੱਚ ਸਰਕਾਰ ਆਪਣੀ ਸੀ ਇੱਥੇ ਆਪਣੇ ਕਾਂਗਰਸ ਦੀ, ਸੈਂਟਰ ਦੀ ਕਾਂਗਰਸ ਸਰਕਾਰ ਨੇ ਮਨਮੋਹਨ ਸਿੰਘ ਦੇ ਸਾਰੀਆਂ ਗੱਲਾਂ ਜੱਗ ਜ਼ਾਹਰ ਹੋ ਚੁੱਕੀਆਂ ਨੇ। ਉਹਨਾਂ ਨੂੰ CBI ਤੋਂ ਲਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, CBI ਨਾਲ ਰੋਕਣ ਦੀ ਉਹਦੇ ਕੇਸ ਨੂੰ ਸਿਰੇ ਨਾਲ ਲਾਇਆ। ਫਿਰ ਜਾਂ ਤਾਂ ਪੰਜਾਬ 'ਚ ਉਹਨਾਂ ਦੀ ਸਰਕਾਰ ਰਹੀ ਤੇ ਨਾ ਸੈਂਟਰ 'ਚ ਰਹੀ। ਉਦੋਂ ਬਾਅਦ ਵਿੱਚ ਅਕਾਲੀ ਸਰਕਾਰ ਉਹ BJP ਸਰਕਾਰ ਨੇ ਉਹਨਾਂ ਦੀ ਵੋਟ ਦੀ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ, ਗੁਰੂ ਸਾਹਿਬ ਦੀ ਬੇਅਦਬੀ ਕਰਾਈ, ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਰਲ ਕੇ ਤੇ ਆਪਦੀ ਫਿਲਮ ਚਲਾਉਣ ਦੀ ਖਾਤਰ, ਲੋਕਾਂ ਦਾ ਧਿਆਨ ਭੜਕਾਉਣ ਦੀ ਖਾਤਰ। ਜਿਹੜੀ ਅਕਾਲੀ ਸਰਕਾਰ 2 ਵਾਰੀ ਸੱਤਾ ਵਿੱਚ ਆਈ ਸੀ, 2017 ਤੋਂ ਬਾਅਦ ਉਹ ਤੀਸਰੇ ਨੰਬਰ ਚਲੀ ਗਈ, ਵਿਰੋਧੀ ਧਿਰ 'ਚ ਵੀ ਬਾਹਰ ਹੋ ਗਈ। ਅੱਜ ਚਾਹੇ ਉਹਦੇ ਕੋਲ ਪੈਸਾ ਹੈ, ਉਹਦਾ ਇੱਕ ਕੱਦੂ 20 ਲੱਖ ਦਾ ਵਿਕ ਜਾਂਦਾ ਹੈ, ਟੋਕਰੀ ਅੰਗੂਰਾਂ ਦੀ 20 ਲੱਖ ਦੀ ਵਿਕ ਜਾਂਦੀ ਹੈ, 5 ਲੱਖ ਦੀ ਵਿਕ ਜਾਂਦੀ ਆ, ਕਹਿੰਦਾ 2.5 ਕੁਇੰਟਲ ਗੁੜ 4 ਕਰੋੜ ਦਾ ਵਿਕ ਜਾਂਦਾ ਹੈ। ਉਹ ਬੰਦਾ ਪੈਸੇ ਦੇ ਕੇ ਇਕੱਠ ਕਰਕੇ ਦਿਹਾੜੀਆਂ ਖਰੀਦ ਕੇ ਬੰਦਿਆਂ ਨੂੰ ਤੇ ਲੀਡਰਾਂ ਤੇ ਦਬਾਅ ਬਣਾਉਣਾ ਚਾਹੁੰਦੇ ਹੁੰਦੇ ਚੇਲੇ। ਇਹ ਦਬਾਅ ਲੀਡਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜੇ ਪੰਜਾਬ ਦੇ ਵੋਟਰਾਂ ਨੂੰ ਮੈਂ ਇਹ ਕਰਾਂਗਾ, ਸਿੱਖ ਵੋਟਰਾਂ ਨੂੰ ਜਾਂ ਕਿਹੜੇ ਗੁਰੂ ਨਾਨਕ ਦੀ ਸੋਚ ਤੇ ਪਹਿਰਾ ਦੇਣ ਵਾਲੇ ਲੋਕ ਨੇ, ਜਿਹੜੇ ਬੰਦੇ ਡੇਰਾ ਸਰਸਾ ਗਏ ਨੇ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣ ਤੇ ਜਦੋਂ ਵੋਟਾਂ ਲੈਣ ਵਾਸਤੇ ਘਰਾਂ 'ਚ ਆਉਣ ਉਹਨਾਂ ਨੂੰ ਪਿਛਲੇ ਪੈਰੀ ਭਜਾਉਣ। ਵੀ ਉਹਨਾਂ ਨੂੰ ਇਹ ਪੁੱਛੋ ਕਿਹੜੀ ਪਾਰਟੀਆਂ ਗਈਆਂ ਨੇ। ਮੈਂ ਕੋਈ ਕਿਸੇ ਪਾਰਟੀ ਦਾ ਨਾ ਮੈਂ ਕਾਂਗਰਸ ਦਾ ਸਪੋਰਟਰ ਹਾਂ, ਨਾ ਮੈਂ ਅਕਾਲੀਆਂ ਦਾ, ਨਾ ਆਪ ਦਾ। ਮੈਂ ਖਾਸ ਸਪੋਰਟਰ ਧੰਨ ਗੁਰੂ ਗ੍ਰੰਥ ਸਾਹਿਬ ਦੋ ਜਹਾਨ ਦੇ ਮਾਲਕ ਨੇ ਕਿਹਨੂੰ ਮੈਨੂੰ ਸਰਦਾਰੀ ਦੁਨੀਆ 'ਚ ਬਖਸ਼ੀ ਆ। ਤੇ ਉਸ ਗੁਰੂ ਦੀ ਕਿੰਨਾ ਬੇਅਦਬੀ ਕੀਤੀ ਤੇ ਅੱਜ ਉਹ ਡੇਰੇਦਾਰ ਉਹਨਾਂ ਕੋਲ ਜਾਣ। ਸਾਰੇ ਹੀ ਗਏ ਨੇ, ਇੱਕ ਨਹੀਂ ਮੈਂ ਇੱਕ ਨੇ ਕਹਾਂ ਵੀ ਕਾਂਗਰਸੀ ਗਏ ਨੇ, ਅਕਾਲੀ ਨਹੀਂ ਗਏ, ਤੇ ਅਕਾਲੀ ਗਏ ਨੇ ਤਾਂ ਆਮ ਪਾਰਟੀ ਨਹੀਂ ਗਈ, ਤੇ ਆਮ ਪਾਰਟੀ ਗਈ ਤੇ BJP ਨਹੀਂ ਗਈ। ਚਾਰ ਹੀ ਪੰਜਾਬ ਦੇ ਵਿੱਚ ਪਾਰਟੀਆਂ ਨੇ, ਚਾਰੇ ਉਹਨਾਂ ਦੇ ਤਲਵੇ ਚੱਟ ਰਹੀਆਂ ਨੇ ਜਾ ਕੇ। ਤੇ ਮੈਂ ਸਾਰੀ ਸਿੱਖ ਕੌਮ ਨੂੰ ਅਪੀਲ ਕਰਾਂਗਾ, ਗੁਰੂ ਨਾਨਕ ਦੇਵ ਸਿੱਖੋ, ਤੁਹਾਡੇ ਲਈ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਦਾ ਖੂਨ ਡੋਲਿਆ ਏ। ਇੱਥੇ ਬੰਦਾ ਸਿੰਘ ਬਹਾਦਰ ਵਰਗੇ ਨੇ ਆਪਣੇ ਕਹਿੰਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ। ਤੇ ਕਿੰਨੇ ਜ਼ਿਮੀਂਦਾਰ ਇੱਥੇ ਮਜ਼ਾਰੇ ਸੀ, ਸਾਰੇ ਕਿਸਾਨ, ਇੱਥੇ ਕੋਈ ਕਿਸਾਨ ਨਹੀਂ ਸੀ ਪਹਿਲੋਂ, 1700 ਪਹਿਲੋਂ ਕੋਈ ਕਿਸਾਨ ਨਹੀਂ ਸੀ, ਸਾਰੇ ਮਜ਼ਾਰੇ ਸੀ। ਬੰਦਾ ਬਹਾਦਰ ਨੇ ਉਹਨਾਂ ਨੂੰ ਜ਼ਮੀਨਾਂ ਲਾਟ ਕਰਾ ਕੇ ਜ਼ਿਮੀਂਦਾਰ ਬਣਾਏ। ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ, ਜਿਨ੍ਹਾਂ ਦੇ ਆਸਰੇ, ਗੁਰੂ ਦੇ ਆਸਰੇ ਦਿੱਲੀ ਸੰਘਰਸ਼ ਜਿੱਤ ਕੇ ਆਓ, ਇਹ ਵੀ ਸੰਘਰਸ਼ ਜਿੱਤਣ ਵਾਲਾ ਹੈ। ਇੱਕ ਮੋਰਚਾ ਲਾ ਦਿਓ, ਡਟ ਜਾਓ। ਕਿਹੜੀਆਂ ਪਾਰਟੀਆਂ ਡੇਰੇ ਗਈਆਂ ਸਾਰਿਆਂ ਨੂੰ ਮੂੰਹ ਤੋੜਮਾ ਜਵਾਬ ਦੇ ਵਾਪਸ ਭੇਜੋ, ਅਸੀਂ ਵੋਟ ਨਹੀਂ ਪਾਉਣੀ। ਜਿਨ੍ਹਾਂ ਸਾਡੇ ਗੁਰੂ ਨੂੰ ਇਨਸਾਫ ਨਹੀਂ ਦਵਾਇਆ, ਕਿਸੇ ਪਾਰਟੀ ਨੇ ਐਤੀ ਗੁਰੂ ਦਾ ਮੈਨੂਫੈਕਚਰ 'ਚ ਨਾਂ ਨਹੀਂ ਲਿਖਿਆ ਆਪਦੇ ਵਿੱਚ, ਚੋਣ ਮੈਨੂਫੈਕਚਰ 'ਚ ਕਿਸੇ ਨੇ ਕੀਤਾ ਵੀ ਅਸੀਂ ਗੁਰੂ ਨੂੰ ਇਨਸਾਫ ਦਵਾਵਾਂਗੇ। ਕਿਸੇ ਨੇ ਨਸ਼ੇ ਦੀ ਗੱਲ ਨਹੀਂ ਕੀਤੀ। ਪਿਛਲੇ ਸਾਲ ਸਾਰੇ ਲੀਡਰਾਂ ਨੇ ਝੂਠੇ ਵਾਅਦੇ ਕਰਕੇ ਗੁਰੂ ਸਾਹਿਬ ਦੇ ਗੁਟਕੇ ਦੀ ਸਹੁੰ ਖਾ ਕੇ, ਕਿੰਨਾਂ ਨੇ ਉਹ ਕੈਪਟਨ ਜਿਨਨੇ ਝੂਠੀ ਸਹੁੰ ਖਾਧੀ ਆਪਣੇ ਦਮ ਸੇ ਮੂੰਹ ਕਰਕੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਸਜ਼ਾ ਦਿਆਂਗਾ, ਪੰਜਾਬ 'ਚ ਨਸ਼ਾ 4 ਹਫ਼ਤਿਆਂ 'ਚ ਬੰਦ ਕਰਾਂਗਾ, ਕਿਸਾਨਾਂ ਦਾ ਸਾਰਾ ਕਰਜ਼ਾ ਲਾਵਾਂਗਾ। ਉਸ ਬੰਦੇ ਨੇ ਤਿੰਨਾਂ 'ਚ ਇੱਕ ਗੱਲ ਪੂਰੀ ਨਹੀਂ ਕੀਤੀ। ਤਾਂ ਅੱਜ ਵੇਖ ਲਓ, ਜਿਹੜਾ ਆਪਦੇ ਪੰਜਾਬ ਦੇ ਪ੍ਰਧਾਨਾਂ ਨੂੰ ਨਹੀਂ ਮਿਲਦਾ ਸੀ, ਅੱਜ MCਆਂ ਨਾਲ ਧੱਕੇ ਖਾਂਦਾ ਫਿਰਦਾ, ਮੀਟਿੰਗਾਂ ਕਰਦਾ ਫਿਰਦਾ। ਕਿੱਥੇ ਉਹ ਸਮਾਨ ਤੋਂ ਗੁਰੂ ਨੂੰ ਥੱਲੇ ਛੱਡਤਾ ਲਿਆ ਕੇ। ਤੇ ਕਿਹੜਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਵਿਤਕਰਾ ਕਹੂਗਾ, ਉਹਦਾ ਹਾਲ ਆਹੀ ਹੋਵੇਗਾ ਜੀ। ਤੁਹਾਡੇ ਵੱਲੋਂ ਮੰਗ ਪੱਤਰ ਦਿੱਤਾ ਗਿਆ, ਅਗਰ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਅਗਲੀ ਰਣਨੀਤੀ ਕੀ ਬਣਾਈ ਹੈ? ਅਗਲੀ ਰਣਨੀਤੀ ਸਾਡੇ ਕੋਲ ਇੱਕ ਕੌਮ ਕੋਲ ਬੜੀਆਂ ਮੁਹਿੰਮਾਂ ਨੇ। ਕੱਲ੍ਹ ਅਸੀਂ ਉੱਥੇ ਨਾ ਗੁਰੂ ਨਾਨਕ ਸਾਹਿਬ ਨਾ 12ਵੀਂ ਦੀ ਕਿਤਾਬ 'ਚ ਗਲਤ ਲਿਖਿਆ, ਗੁਰੂ ਅਰਜਨ ਸਾਹਿਬ ਦਾ ਗਲਤ ਲਿਖਿਆ, ਉੱਥੇ ਕਾਰਵਾਈ ਕਰਕੇ ਆਪਣੇ ਸਿੱਖਿਆ ਦਫ਼ਤਰ ਮੁਹਾਲੀ ਘੇਰਿਆ ਸੀ ਸਾਰਾ ਦਿਨ। ਸਾਰੀ ਕਾਜ ਤੇ ਇੱਥੇ ਨਿੱਕਾ ਜਿਹਾ ਥੋੜ੍ਹੇ ਬੰਦੇ ਲਿਆ ਕੇ, ਜਿੱਥੇ ਬੰਦੇ 2-4 ਬੰਦੇ ਲਿਆ ਕੇ ਮੰਗ ਪੱਤਰ ਦਿੱਤਾ ਹੈ। ਜੇ ਨਾ ਕਿ ਸਰਕਾਰਾਂ ਹਟਣੀਆਂ, ਫਿਰ ਵੱਡਾ ਸੰਘਰਸ਼ ਇਕੱਠੀ ਕੌਮ ਨੂੰ ਕਰਕੇ ਵੱਡਾ ਸੰਘਰਸ਼ ਵਿੱਢਾਂਗੇ। ਉਹਦੀ ਰਣਨੀਤੀ ਮੈਂ ਇਕੱਲਾ ਨਹੀਂ ਬਣਾਊਂਗਾ, ਸਾਰੀ ਕੌਮ ਬਣਾਏਗੀ। ਤਾਂ ਇਹ ਸੀ ਸਾਡੇ ਨਾਲ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ, ਜਿਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਜੋ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 21 ਦਿਨ ਦੀ ਪਰੋਲ ਦਿੱਤੀ ਗਈ ਹੈ, ਉਸ ਦੇ ਵਿਰੋਧ ਵਿੱਚ ਅੱਜ ਉਹ DC ਦਫ਼ਤਰ ਦੇ ਬਾਹਰ ਇਕੱਠਾ ਹੋਇਆ ਤੇ ਇੱਕ ਪੁਤਲਾ ਵੀ ਫੂਕਿਆ ਗਿਆ। ਉਹਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪਰੋਲ ਜਿਹੜੀ ਆ ਉਹ ਕੈਂਸਲ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਫਿਰੋਜ਼ਪੁਰ ਤੋਂ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਸਖਾਣਾ, ਸੁਰਖਾਬ TV।